ਜਿਵੇਂ 2015 ਦੇ ਵਿੱਚ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਦਸਮ ਗੁਰਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਸੀ, ਪੋਸਟਰ ਲੱਗੇ ਸੀ, ਅੰਕ ਖਿਲਾਰੇ ਗਏ ਸੀ। ਉਸ ਸਮੇਂ ਵੀ ਸਰਕਾਰ ਨੇ ਵੱਡੀ ਲਾਪਰਵਾਹੀ ਕੀਤੀ ਸੀ। ਮੌਕੇ ਤੇ ਸਮੇਂ ਹੁੰਦਿਆਂ ਕੋਈ ਐਕਸ਼ਨ ਨਹੀਂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਦੁਖਾਂਤ ਵਾਪਰਿਆ ਉਹ ਸਾਹਮਣੇ ਆ। ਉਸ ਦੁਖਾਂਤ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਹੁਣ 2020 ਆ ਚੁੱਕਾ। ਜ਼ਿਲ੍ਹਾ ਪਟਿਆਲਾ, ਜਦੋਂ ਜ਼ਿਲ੍ਹਾ ਪਟਿਆਲਾ ਦੀ ਗੱਲ ਕਰਦੇ ਹਾਂ ਤੇ ਸਾਫ਼ ਪਤਾ ਲੱਗ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਜੱਦੀ ਜ਼ਿਲ੍ਹਾ ਪਟਿਆਲਾ ਤੇ ਪਟਿਆਲਾ ਦੇ ਪਿੰਡ ਕਲਿਆਣਪੁਰ ਵਿਖੇ ਗੁਰੂ ਅਰਦਾਸਪੁਰਾ ਵਿਖੇ ਗੁਰਦੁਆਰਾ ਅਰਦਾਸਪੁਰਾ ਵਿਖੇ 20 ਤਰੀਕ ਨੂੰ ਬਹੁਤ ਹੀ ਬੇਸ਼ਕੀਮਤੀ ਬਿਰਧ ਮਹਾਰਾਜ ਦੇ ਸਰੂਪ ਚੋਰੀ ਹੋਏ, ਲੇਕਿਨ ਅੱਜ ਤੱਕ ਨਹੀਂ ਲੱਭਾ ਤੇ ਲੱਗਦਾ ਕਿ ਫਿਰ ਕੀ ਪੰਜਾਬ ਉਸੇ ਦੁਖਾਂਤ ਵੱਲ ਜਾ ਰਿਹਾ। ਜਦ ਕਾਲੀ ਭਾਰਤੀ ਜਨਤਾ ਪਾਰਟੀ ਨੇ ਬੁਰਜ ਜਵਾਰ ਸਿੰਘ ਵਾਲਾ ਵਿੱਚ ਜਦੋਂ ਮਹਾਰਾਜ ਦੇ ਸਰੂਪ ਚੋਰੀ ਹੋਏ ਸੀ ਤੇ ਬੜੀ ਢਿੱਲੀ ਕਾਰਵਾਈ ਕੀਤੀ ਤੇ ਉੱਦਾਂ ਦੇ ਹਾਲਾਤ ਫਿਰ ਬਣੇ ਹੋਏ ਨੇ। ਪ੍ਰਸ਼ਾਸਨ ਦੀ, ਸਰਕਾਰ ਦੀ ਢਿੱਲੀ ਕਾਰਜਕਾਰੀ ਦਿਖ ਰਹੀ ਆ। ਇਹ ਗੁਰਦੁਆਰਾ ਸਾਹਿਬ ਆ ਜਿੱਥੇ ਮਹਾਰਾਜ ਦਾ ਸਰੂਪ ਚੋਰੀ ਆ। ਆਓ ਗੱਲ ਕਰਦੇ ਹਾਂ ਗੁਰਦੁਆਰੇ ਦੀ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ, ਪਿੰਡ ਦੇ ਲੋਕਾਂ ਦੇ ਨਾਲ ਕਿ ਆਖਰ ਇਹ ਜਦ ਸਰੂਪ ਚੋਰੀ ਹੋਇਆ ਤਾਂ ਹੁਣ ਤੱਕ ਜਿਹੜੀ ਸਰਕਾਰ ਦੀ ਜਾਂ ਜਿਹੜੇ ਪ੍ਰਸ਼ਾਸਨ ਦੀ ਆ, ਪੁਲਿਸ ਦੀ ਆ, ਉਹ ਕਾਰਵਾਈ ਕਿਹੋ ਜਿਹੀ ਰਹੀ ਹੈਗੀ ਆ। ਇਹ ਜਿਹੜਾ ਸਰੂਪ ਮਹਾਰਾਜ ਦਾ ਚੋਰੀ ਹੈ ਇਹ ਕਾਫੀ ਪੁਰਾਤਨ ਦੱਸਿਆ ਜਾ ਰਿਹਾ, 100 ਸਾਲ ਤੋਂ ਵੱਧ ਪੁਰਾਣਾ ਜਿਹੜਾ ਮਹਾਰਾਜ ਦਾ ਸਰੂਪ ਦੱਸਿਆ ਜਾ ਰਿਹਾ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨੂੰ ਹਲੇ ਤੱਕ ਕੋਈ ਨਹੀਂ ਭੁੱਲਿਆ। ਇਸ ਪਿੰਡ ਤੋਂ ਹੀ ਚੰਗਿਆੜੀ ਭੜਕੀ ਸੀ ਅਤੇ ਉਸ ਤੋਂ ਬਾਅਦ ਬੈਬਲ ਕਲਾਂ ਅਤੇ ਫਿਰ ਬਰਗਾੜੀ ਕਾਂਡ ਵਾਪਰ ਗਿਆ। ਗੱਲ ਨਵੰਬਰ 2015 ਦੀ ਹੈ। ਕਈ ਜਾਂਚ ਕਮੇਟੀਆਂ ਬਣੀਆਂ, ਕਈ ਕਮਿਸ਼ਨ ਵੀ ਬਣ ਗਏ, ਪਰ ਫਿਰ ਵੀ ਇਨਸਾਫ ਨਹੀਂ ਮਿਲਿਆ। ਇਹ ਵੀ ਨਹੀਂ ਹੁਣ ਤੱਕ ਪਤਾ ਲੱਗ ਸਕਿਆ ਕਿ ਦੋਸ਼ੀ ਕੌਣ ਹੈ। ਹੁਣ ਤਾਜ਼ਾ ਮਾਮਲਾ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਤੋਂ ਸਾਹਮਣੇ ਆਇਆ ਹੈ। ਪਿੰਡ ਸਥਿਤ ਗੁਰਦੁਆਰਾ ਸ਼੍ਰੀ ਅਰਦਾਸਪੁਰਾ ਸਾਹਿਬ ਵਿਖੇ 20 ਜੁਲਾਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋ ਗਏ ਨੇ। ਹਲੇ ਤੱਕ ਇਸ ਗੁਨਾਹ ਪਿੱਛੇ ਕੌਣ ਲੋਕ ਨੇ, ਸਰਕਾਰਾਂ ਨੇ ਜਾਂਚ ਤੇਜ਼ੀ ਨਾਲ ਸ਼ੁਰੂ ਨਹੀਂ ਕੀਤੀ। ਦੱਸ ਦਈਏ ਕਿ 100 ਸਾਲ ਪੁਰਾਤਨ ਸਮੇਂ ਦੇ ਗੁਰੂ ਦੇ ਸਰੂਪ ਦੱਸੇ ਜਾ ਰਹੇ ਨੇ ਅਤੇ ਇਸ ਮਸਲੇ ਤੇ ਹੁਣ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਮਸਲਾ ਨਾਜ਼ੁਕ ਬਣਿਆ ਹੋਇਆ ਅਤੇ ਧਰਮ ਨਾਲ ਜੁੜਿਆ ਹੋਇਆ। ਦੂਸਰਾ, ਲੋਕ ਹਲੇ ਬਰਗਾੜੀ ਤੇ ਬੈਬਲ ਕਲਾਂ ਗੋਲੀ ਕਾਂਡ ਨਹੀਂ ਭੁੱਲੇ। ਇਸ ਕਰਕੇ ਹੁਣ ਸਿਆਸੀ ਪਾਰਟੀਆਂ ਨੇ ਵੀ ਇਸ ਪਿੰਡ ਕਲਿਆਣ ਵਿਖੇ ਪਹੁੰਚਣਾ ਸ਼ੁਰੂ ਕਰ ਦਿੱਤਾ। ਸਿਆਸੀ ਲੋਕਾਂ ਦੀ ਹਾਜ਼ਰੀ 'ਚ ਹੀ ਪਿੰਡ ਵਾਲੇ ਅਤੇ ਕਮੇਟੀ ਆਮੋ ਸਾਹਮਣੇ ਨੇ। ਹਾਲਾਂਕਿ ਇਸ ਮੀਟਿੰਗ 'ਚ ਵਿਧਾਇਕ ਕਾਕਾ ਰਾਜਿੰਦਰ ਸਿੰਘ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਬੈਠੇ ਸਨ। ਜੇ ਤਾਂ ਵੇਲੇ ਕੋਈ ਰੌਲਾ ਚਾਹੁੰਦਾ ਹੈ ਤਾਂ ਫਾਇਦਾ ਕੋਈ ਨਹੀਂ, ਰੌਲੇ ਸ਼ੁਰੂ ਹੁੰਦਾ ਨਹੀਂ ਹੈ। ਤੁਸੀਂ ਦੱਸੋ, ਦੇਖੋ ਜੇ ਇਹ ਗੁਰੂ ਗ੍ਰੰਥ ਸਾਹਿਬ ਚਲਿਆ ਗਿਆ, ਸਾਡਾ ਸਿਰ ਵੀ ਨੀਵਾਂ, ਅਸੀਂ ਗਲਤੀ ਵੀ ਮੰਨਦੇ ਹਾਂ, ਸਭ ਤੋਂ ਨਹੀਂ ਹੋਇਆ। ਦੇਖੋ ਮੇਰੀ ਗੱਲ ਸੁਣੋ, ਜੇ ਅਸੀਂ ਆਪਾਂ ਤੁਸੀਂ ਆਪ ਸਾਹਿਬ ਨੂੰ ਆਪ ਸਾਹਿਬ ਤੁਹਾਡੇ ਨਾਲ ਸਾਡਾ ਵੱਧ ਨਹੀਂ ਮੈਂ, ਕਿਉਂਕਿ ਅਸੀਂ 5 ਸਾਲ ਤੋਂ ਇੱਥੇ ਆ। ਆਪ ਨਹੀਂ ਤਾਂ ਆਇਆ ਵੀ ਆਪ ਹੀ ਤਾਂ ਪ੍ਰੈਸ਼ਰ ਕਰਕੇ ਨਹੀਂ ਤਾਂ ਸਮਝ ਆਪ ਹੀ ਤਾਂ ਇਸ ਕਰਕੇ ਨਾ ਵੀ ਸਾਡੇ ਨਗਰ ਚੋਂ ਚਲੇ ਗਏ। ਦੇਖੋ ਮੇਰੀ ਤਾਂ ਬੇਨਤੀ ਇਹ ਹੈ, ਆਪਾਂ ਨੂੰ ਇਸ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਹੈ, ਕਿਉਂਕਿ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਮਿਲਿਆ ਸੀ ਨਾ, ਇਹ ਬਾਬਾ ਕਿਰਪਾਲ ਸਿੰਘ ਨੂੰ ਜਦੋਂ ਜਰਮਨ ਦੀ ਲੜਾਈ ਲੜੀ ਆ ਉਹਨਾਂ ਨੇ, ਉਸ ਵੇਲੇ ਸਿੱਖ ਰੇਜਮੈਂਟ ਹੁੰਦੀ, ਸਿੱਖ ਰੇਜਮੈਂਟ ਉਹ ਕਹਿਣ ਗੁਰੂ ਮਹਾਰਾਜ ਬਾਬਾ ਕਿਰਪਾਲ ਸਿੰਘ ਕਹਿਣ ਲੱਗੇ ਕਿ ਸਿੱਖ ਰੇਜਮੈਂਟ ਚਾਹ ਲੜਦੀ ਹੈ ਵੀ ਅਸੀਂ ਹੁਕਮਨਾਮਾ ਲੈ ਕੇ ਲੜਦੇ। ਉਹਨਾਂ ਨੂੰ ਫਿਰ ਉੱਥੇ ਜਰਮਨ ਦੀ ਲੜਾਈ ਵਿੱਚ ਉਹ ਮਿਲਿਆ ਸੀ, ਇੱਥੇ ਪਾਕਿਸਤਾਨ ਕਰਿਆ, ਉਹਨਾਂ ਨੇ ਫਿਰ ਲੜਾਈ ਜਿੱਤੀ ਨਹੀਂ ਤੇ ਉਹ ਇੰਨੀ ਤਾਕਤ ਦੇ ਮਾਲਕ ਤੇ ਉੱਥੋਂ ਫਿਰ ਜਦੋਂ ਮਿਲਟਰੀ 'ਚੋਂ ਇੱਥੇ ਆਏ ਨੇ ਨਾ, ਉੱਥੋਂ ਉਹਨਾਂ ਨੂੰ ਛੁੱਟੀ ਨਾ ਦੇ, ਉਹ ਕਹਿਣ ਲੱਗੇ ਵੀ ਭਾਈ ਮੇਰੇ ਵੀ ਮੈਂ ਤਾਂ ਜਾਣਾ ਇੱਥੋਂ, ਤੂੰ ਰੱਬ ਦਾ ਰੂਪ ਹੈ ਤੇ ਰੱਬ ਵੀ ਤਾਂ ਬੰਦਿਆਂ 'ਚ ਹੀ ਹੁੰਦਾ ਹੈ, ਇਨਸਾਨਾਂ 'ਚ। ਤੇ ਉੱਥੋਂ ਜਾ ਕਹਿਣ ਲੱਗੇ, ਫਿਰ ਕਹਿਣ ਲੱਗੇ ਭਾਈ ਅਸੀਂ ਤੈਨੂੰ ਛੁੱਟੀ ਕਿਵੇਂ ਦੀ ਤੇਰੇ ਦਾ ਇੱਥੇ ਹੋਊਗਾ। ਉਹ ਕਹਿੰਦਾ ਮੇਰਾ ਉੱਥੇ ਨਾਂ ਨਹੀਂ ਉਹਨਾਂ ਦਾ, ਉਹ ਇੱਥੇ ਆ ਗਏ। ਚਲੋ ਮਤਲਬ ਫੌਜੀ ਵਾਲੇ ਆਦੇ ਹੁੰਦੇ ਤੇ ਤਾਂ ਮਹਾਰਾਜ ਇੱਥੇ ਆ ਗਏ। ਫਿਰ ਉਹਨਾਂ ਨੇ ਇੱਥੇ 8 ਵਿਗੇ ਦੀ ਇੱਥੇ ਝਿੜੀ ਹੁੰਦੀ ਸੀ, ਉਹ ਝਿੜੀ 'ਚ ਆ ਕੇ ਇੱਥੇ ਮਤਲਬ ਰੱਖ ਜਿਹੜਾ ਸਾਹ ਦੀ ਝਿੜੀ ਹੁੰਦੀ, ਇੱਥੇ ਆ ਕੇ ਇਸ ਧਰਤੀ ਤੇ ਭਾਗ ਲੱਗਣੇ ਤੇ ਭਾਗ ਲੱਗਣ ਕਰਕੇ ਉਹ ਕਹਿੰਦੇ ਮੇਰਾ ਇੱਥੇ ਬਹੁਤ ਦਿਲ ਲੱਗਦਾ ਵੀ ਇਹਨਾਂ 'ਚ ਮਹਾਰਾਜ ਕਹਿੰਦੇ
ਲੋਕਾਂ ਨੇ ਉਸ ਵੇਲੇ ਜਿਹੜੇ ਸਿਆਣੇ ਬਜ਼ੁਰਗ ਨੇ ਉਹਨਾਂ ਨੇ ਜੀ ਸ਼ਾਮਲਾਲ ਜਗ੍ਹਾ ਤੇ ਮਹਾਰਾਜ ਨੂੰ ਬੇਨਤੀ ਕਰਤੀ ਕਿ ਮਹਾਰਾਜ ਤੁਸੀਂ ਦਰਬਾਰ ਸਾਹਿਬ ਬਣਾਓ ਕਿ ਅਸੀਂ ਸ਼ਾਮਲਾਲ ਸਾਡੇ ਕੋਲ ਜ਼ਮੀਨ ਆ ਗਈ। ਮਹਾਰਾਜ ਨੇ ਸਥਾਨ ਬਣਾਤਾ ਜੀ ਉਹਦੇ ਤੇ ਉਹ ਉਹਨਾਂ ਦੀ ਤਾਕਤ ਇੰਨੀ ਸੀ, ਸਾਨੂੰ ਪਤਾ ਸਾਰਿਆਂ ਨੂੰ ਪਤਾ ਹੈ ਵੀ ਕਿੰਨੀ ਦੇ ਤਾਕਤ ਦੇ ਮਾਲਕ ਤੇ ਉਹ ਜਿਹੜੇ ਬੰਦਿਆਂ ਨੂੰ ਉਹਨਾਂ ਨੇ ਕਿਸੇ ਨੂੰ ਵੀ ਉਹ ਕਹਿਤਾ ਆਸ਼ੀਰਵਾਦ ਦੇਤੀ, ਅੱਜ ਉਹਨਾਂ ਦੇ ਹੱਥ ਸਿਰ ਤੇ ਹੈ। ਜਿਹੜੇ ਬੰਦਿਆਂ ਨੇ ਕੋਈ ਮਸ਼ਕਰੀਆਂ ਜਾਂ ਹੋਰ ਕੀਤੀਆਂ, ਅੱਜ ਉਹਨਾਂ ਦੇ ਬਚਨਾਂ ਦੇ ਮਤਲਬ ਬਹੁਤ ਹੇਠ ਆ ਚਲੇ। ਠੀਕ ਹੈ ਨਹੀਂ ਗੱਲ, ਅਸੀਂ ਤਾਂ ਉਹਨਾਂ ਤੋਂ ਡਰਦੇ ਤੇ ਸਾਰੇ ਬੈਠੇ ਨੇ ਮੇਰੇ ਵੀਰ, ਅੱਜ ਜੋ ਮਰਜ਼ੀ ਸਾਡੇ ਜੁੱਤੀਆਂ ਮਾਰੀ ਜਾਣ, ਸਾਡਾ ਸਿਰ ਜੁੱਤੇ ਮਾਰ ਦੇਣ ਇਹ, ਅਸੀਂ ਕਮੈਂਟ ਦੇ ਵਿੱਚ ਤੇ ਜੇ ਸਾਡੇ ਤੋਂ ਐਡੀ ਗਲਤੀ ਹੋਈ ਹੈ, ਅਸੀਂ ਉਹਨਾਂ ਦਾ ਮਹਾਰਾਜ ਦਾ ਸਰੂਪ ਨਾ ਸੰਭਾਲ ਸਕੇ। ਉਹ ਸੰਭਾਲ ਤਾਂ ਨਾ ਸਕੇ ਜੀ, ਸਾਨੂੰ ਜਿਹੜੇ ਸਾਰੇ ਬੰਦੇ ਚੰਗੇ, ਅਸੀਂ 4-5 ਸਾਲ ਪਹਿਲਾਂ ਡਿਊਟੀ ਸਾਹਿਬ ਲਾਈ ਪਿੱਛੇ ਹੁੰਦੇ ਤੇ ਆ ਸਾਡੇ ਜਿਹੜੇ ਅੱਜ ਕਹਿੰਦੇ ਨੇ ਹਰਦੇਵ ਉਨੀ ਕੀ ਆ ਸਾਰੇ ਅਜਾਇਬ ਸਿੰਘ ਉਹਦੀ ਸਾਰਾ ਪਿੰਡੇ ਦੇ ਵਿੱਚ, ਦੱਸੋ ਮੈਨੂੰ ਕਿਹਨੇ ਆਪਾਂ ਨੂੰ ਅੱਜ ਤੱਕ ਪ੍ਰਚਲਿਤ ਕੀਤਾ ਹੈ? ਜਿਹੜੀ ਗੱਦੀ ਤੇ ਕੋਈ ਆ ਕੇ ਬਹਿ ਗਿਆ ਕਿਸੇ ਮਹਾਰਾਜ ਕਿਸੇ ਉਹਨਾਂ ਦੇ ਬਾਰੇ ਪ੍ਰਚਲਿਤ ਹੀ ਨਹੀਂ ਹੋਊਗਾ, ਅੱਜ ਤੱਕ ਕਦੇ ਨਾਂ ਹੀ ਨਹੀਂ ਹੋਇਆ। ਮੈਨੂੰ ਕੋਈ ਬੰਦਾ ਕਹਿ ਦੋ ਵੀ ਆਪਾਂ ਹੋਇਆ, ਦੇਖੋ ਉਸ ਬਾਰੇ ਜਦੋਂ ਚਲੋ ਮਹਾਰਾਜ ਤੇ ਇੱਥੇ ਹੋ ਗਿਆ 10 ਸਾਲ ਉਹ ਬਾਬਾ ਹੋ ਰਿਹਾ, 10 ਸਾਲ ਦੇ ਵਿੱਚ ਇਹਨਾਂ ਨੂੰ ਸਾਰੇ ਵੀਰਾਂ ਨੂੰ ਪਤਾ ਹੈ ਇੱਥੇ ਲੋਕ ਲੱਗੇ ਰਹੇ। ਆਨੰਦ ਭਵਨ ਜਿੱਥੇ ਮਹਾਰਾਜ ਨੇ ਤਪੱਸਿਆ ਕੀਤੀ ਹੈ, ਆਨੰਦ ਭਵਨ ਨੂੰ ਲੋਕ ਲਾ ਕੇ ਕੀ ਹੁੰਦਾ ਜੀ, ਭੁੱਕੀ ਫੀਮ ਆ ਇੱਥੇ ਵਿਕਦੀ ਡੱਡਿਆਂ 'ਚ, ਜਿਹੜੇ ਕਿ ਅੱਜ ਸਾਡੇ ਪਿੰਡ ਦੇ, ਮੇਰੀ ਗੱਲ ਸੁਣੋ, ਸਾਡੇ ਪਿੰਡ ਦੇ ਨੌਜਵਾਨ ਅੱਜ ਉਸ ਬਸ ਫਿਰ ਚਲੋ ਵਿਕਦੀਆਂ ਹੁੰਦਾ ਤਾਂ ਰਿਹਾ ਨਾ ਇੱਥੇ। ਮੇਰੀ ਗੱਲ ਸੁਣ ਜਥੇ ਜੇ ਮੈਂ ਉਹ ਚਲੋ ਮੈਂ ਉਹ ਨਹੀਂ ਆਪਾਂ ਸਮਝ ਵਾਲੀ ਗੱਲ ਮੈਂ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਤੁਹਾਨੂੰ ਨਹੀਂ ਕਹਿੰਦਾ, ਮੈਂ ਤੁਹਾਨੂੰ ਪਤਾ ਤਾਂ ਹੈ, ਤੁਹਾਨੂੰ ਵੀ ਪਤਾ ਆਪਾਂ ਹੁਣ ਚਾਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਆਪਾਂ ਤਕਰਾਰ ਵਾਲੀ ਗੱਲ ਨਾ ਕਰੀਏ, ਤਕਰਾਰ ਵਾਲੀ ਗੱਲ ਆਪਾਂ ਗੁਰੂ ਗ੍ਰੰਥ ਸਾਹਿਬ ਇੱਕ ਮਿੰਟ ਕਰਦਾ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਆ ਉਹਦਾ ਨਹੀਂ ਪਰਚਾ ਨਹੀਂ ਮੇਰੀ ਗੱਲ ਸੁਣੋ, ਜਿਹੜਾ ਤੁਸੀਂ ਸੱਚਾਈ ਮੁੱਦੇ ਤੇ ਆਓ ਜੀ, ਮੁੱਦੇ ਤੇ ਆਓ ਕਰਦਾ ਪਤਾ ਯਾਰ ਮੁੱਦੇ ਤੇ ਆਉਣ ਤੱਕ ਕਰਕੇ ਆਉਣ ਤੋਂ ਆਪਾਂ ਦੱਸ ਦੋ ਸਹੀ, ਉਹ ਤੋਂ ਬਾਅਦ ਜੀ ਮਤਲਬ ਚਲੋ ਮੈਂ ਤੁਹਾਨੂੰ ਲੈਸ ਕਰਕੇ ਲਿਆਉਂਦਾ ਉਹ ਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਚਲਿਤ ਵੀ ਜੇ ਤਾਂ ਆਮ ਪਤਾ ਲੱਗਦਾ ਪਬਲਿਕ ਨੂੰ ਸਾਰਿਆਂ ਨੂੰ ਪਤਾ ਲੱਗਦਾ, ਫਿਰ ਤਾਂ ਅਸੀਂ ਕੋਈ ਸ਼ੀਸ਼ੇ ਦਾ ਇੱਥੇ ਮਾਡਲ ਬਣਾ ਕੇ ਦੁਨੀਆ ਦਰਸ਼ਨ ਕਰਨੀ ਬਾਹਰੋਂ ਅੰਦਰੋਂ ਆਉਂਦੇ ਦੀ ਉਹਦੀ ਬਹੁਤ ਜ਼ਿਆਦਾ ਪ੍ਰਚਲਿਤ ਤੇ ਉਹ ਇਹ ਚੱਕ ਕੇ ਜਦੋਂ ਇੱਥੋਂ ਹੀ ਚੱਕ ਕੇ ਲੈ ਕੇ ਗਏ ਨੇ, ਜਦੋਂ ਅਸੀਂ ਉਹ ਦਰਬਾਰ ਸਾਹਿਬ ਬਣਾਇਆ ਸਾਨੂੰ ਸਾਡੇ ਨੌਲੇਜ ਮੇਰੀ ਨੌਲੇਜ ਤਾਂ ਹੈ, ਦੇਖੋ ਮੈਂ ਝੂਠ ਨਹੀਂ ਬੋਲਦਾ ਨਾ ਮੇਰੀ ਨੌਲੇਜ, ਹਾਂ ਮੈਨੂੰ ਨਹੀਂ ਪਤਾ ਇਸ ਗੱਲ ਦਾ, ਤੇ ਚਲੋ ਇਹਨਾਂ ਨੇ ਉੱਥੇ ਰੱਖਤਾ ਜੀ। ਗੁਰਦੁਆਰਾ ਸ਼੍ਰੀ ਅਰਦਾਸਪੁਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੀ ਪੰਚਾਇਤ ਦੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹਾਲਾਂਕਿ ਕਮੇਟੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੁਲਿਸ ਨੂੰ ਦੱਸ ਦਿੱਤਾ ਗਿਆ ਸੀ ਅਤੇ ਪ੍ਰਸ਼ਾਸਨ ਜਾਂਚ ਵੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਇਸ ਮਸਲੇ ਤੇ ਸਿਆਸਤ ਕਰ ਰਹੇ ਨੇ। ਇਹ ਚੋਰੀ ਹੋ ਗਈ ਜੀ, ਉਹ ਕਹਿੰਦੇ ਨੇ ਜੀ 20 ਤਰੀਕ ਨੂੰ ਚੋਰੀ ਹੋਇਆ ਜੀ। ਇੱਥੇ ਬਾਬਾ ਲਖਵੀਰ ਸਿੰਘ ਜੀ ਆਏ ਸੀ ਜੀ, ਉਹ ਆਉਂਦੇ ਨੇ, ਉਹਨਾਂ ਨੂੰ ਪਤਾ ਲੱਗਿਆ ਜੀ, ਉਹਨਾਂ ਨੇ ਫਿਰ ਇੱਥੇ ਜਿਹੜੇ ਆਪਣੇ ਸੇਵਾਦਾਰ ਨੇ ਗ੍ਰੰਥੀ ਸਿੰਘ ਸੀ ਉਹਨਾਂ ਨੂੰ ਦੱਸਿਆ ਵੀ ਉਹ ਸਰੂਪ ਨਹੀਂ ਹੈਗੇ, ਉਹਨਾਂ ਨੇ ਵੀ ਇੱਥੇ ਦੇਖ ਲੈਂਦੇ ਜੀ, ਉਹਨਾਂ ਨੇ ਚਲੋ ਭਾਲ ਕੀਤੀ ਜੀ। ਉਹਨਾਂ ਨੇ ਫਿਰ 23 ਤਰੀਕ ਨੂੰ ਜੀ ਕਮੇਟੀ ਨੂੰ ਦੱਸਿਆ ਸ਼ਾਮ ਨੂੰ 7:30 ਵਜੇ ਪ੍ਰਧਾਨ ਨੂੰ ਵੀ ਇਸ ਤਰ੍ਹਾਂ ਸਰੂਪ ਚੋਰੀ ਹੋ ਗਏ ਜੀ। ਤੇ ਫਿਰ ਉਹ ਜਦੋਂ ਉਹਨੂੰ 23 ਤਰੀਕ ਨੂੰ ਦੱਸਿਆ ਤਾਂ ਪ੍ਰਧਾਨ ਨੇ 24 ਤਰੀਕ ਨੂੰ ਸ਼ਾਮ ਨੂੰ 6 ਵਜੇ ਮੀਟਿੰਗ ਬੁਲਾ ਲਈ ਜੀ। ਫਿਰ ਉਸ ਤੋਂ ਬਾਅਦ ਜੀ ਕੁਛ ਬੰਦਿਆਂ ਨੇ ਕਿਹਾ ਵੀ ਆਪਾਂ ਸਵੇਰੇ SSP ਸਾਹਿਬ ਨੂੰ ਦਰਖਾਸਤ ਦੇ ਦਈਏ ਵੀ ਆਪਣੇ ਸਰੂਪ ਚੋਰੀ ਹੋ ਗਏ, ਬਹੁਤ ਵੱਡਾ ਮਸਲਾ। ਤੇ ਕੁਛ ਵਿੱਚ ਸਿਆਣੇ ਬੰਦੇ ਸੀ, ਉਹ ਕਹਿੰਦੇ ਵੀ ਸ਼ਾਇਦ ਆਪਾਂ 2 ਦਿਨ ਦਾ ਟਾਈਮ ਪਾ ਦਿਓ ਵੀ ਆਪਾਂ ਆਪਣੇ ਲੈਵਲ ਤੇ ਵੀ ਛਾਣਬੀਣ ਕਰਕੇ ਦੇਖ ਲਈਏ ਵੀ ਕਈ ਵਾਰੀ ਛੋਟੇ ਸਰੂਪ ਨੇ ਇੱਧਰ ਉੱਧਰ ਹੋ ਜਾਂਦੇ ਨੇ, ਜਾਂ ਕਿਸੇ ਨੇ ਕੋਈ ਗਲਤੀ ਕਰੀ ਹੈ ਜੀ, ਬਾਅਦ ਦੇ ਵਿੱਚ ਅਗਲਾ ਸੋਚ ਲੈਂਦਾ ਵੀ ਚਲੋ ਮੈਂ ਵਾਪਸ ਕਰ ਦੇਵਾਂ। ਤੇ ਉਹ 2 ਦਿਨ ਦੀ ਛਾਣਬੀਣ ਤੋਂ ਬਾਅਦ ਜੀ 27 ਤਰੀਕ ਤੱਕ ਵੇਟ ਕੀਤੀ ਜੀ। 27 ਤਰੀਕ ਨੂੰ ਸਾਡੀ ਬਾਬਾ ਲਖਵੀਰ ਸਿੰਘ ਜੀ ਨਾਲ ਗੱਲ ਹੋਈ, ਕਮੇਟੀ ਵਾਲਿਆਂ ਨੇ ਸਾਡੇ ਨੇ ਇਹਨੇ ਫੋਨ ਕੀਤਾ ਜੀ। ਉਹ ਬਾਬਾ ਜੀ ਕਹਿੰਦੇ ਵੀ ਚਲੋ ਆ ਜਾਓ, ਤੁਸੀਂ ਗੱਲ ਕਰੀ ਵੀ ਬਾਬਾ ਜੀ ਤੁਸੀਂ ਉਰੇ ਆ ਜਾਓ। ਕਹਿੰਦੇ ਜੀ ਮੇਰੇ ਲਈ ਟਾਈਮ ਨਹੀਂ, ਵੀ ਮੈਂ ਆ ਨਹੀਂ ਸਕਦਾ, ਵੀ ਮੈਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਦਾ ਫਿਰਦਾ। ਕਮੇਟੀ ਵਾਲੇ ਕਹਿੰਦੇ ਬਾਬਾ ਜੀ ਵੀ ਚਲੋ ਅਸੀਂ ਆ ਜਾਂਦੇ ਹਾਂ ਤੁਹਾਡੇ ਲਵੇ। ਕਹਿੰਦੇ ਆ ਜਾਓ ਵੀ ਆਪਾਂ ਇਹਨਾਂ ਨੂੰ ਜਿਹੜੇ ਆਪਣੇ ਪਾਠੀ ਸਿੰਘ ਨੇ ਪੁੱਛ ਕੇ ਦੇਖ ਲੈਂਦੇ ਹਾਂ ਵੀ ਜਿਹਨਾਂ ਲਵੇ ਹੋਇਆ, ਤੇ ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਜੀ, ਕੋਈ ਐਸੀ ਗੱਲ ਨਹੀਂ। ਚਲੋ ਪੁੱਛ ਗਿੱਛ ਕੀਤੀ ਜੀ, ਜਦੋਂ ਨਾ ਕੋਈ ਮਸਲੇ ਦਾ ਹੱਲ ਲੱਗਿਆ ਜੀ 27 ਤਰੀਕ ਨੂੰ 3-3:30 ਵਜੇ ਉੱਠ ਖੜੇ ਜੀ। ਅਸੀਂ ਲੱਗਿਆ ਵੀ ਨਹੀਂ ਮਿਲਦੇ ਹੁਣ, ਅਸੀਂ ਫਿਰ ਸੋਚਿਆ ਵੀ ਚਲੋ ਪ੍ਰਸ਼ਾਸਨ ਨੂੰ ਦੇ ਦਿੰਦੇ ਹਾਂ ਜੀ। ਪਰ ਉਹ 3:30 ਵਜੇ ਦਾ ਟਾਈਮ ਤਕਰੀਬਨ 3-3:30 ਲਗਭਗ ਹੋਊਗਾ ਜੀ। ਉਸ ਟਾਈਮ ਪ੍ਰਸ਼ਾਸਨ ਦਾ ਕੋਈ ਮਿਲਣਾ ਨਹੀਂ ਸੀ ਜੀ, ਨਾ SSP ਸਾਹਿਬ ਨਾ SP ਸਾਹਿਬ। ਸਾਨੂੰ ਹੈਗਾ ਵੀ ਲੇਟ ਹੋ ਗਏ ਹੁਣ। ਫਿਰ ਅਸੀਂ 28 ਤਰੀਕ ਨੂੰ ਸਵੇਰੇ ਉਹਨਾਂ ਨੂੰ ਦਰਖਾਸਤ ਦੇਤੀ ਜੀ।
ਤੇ ਪ੍ਰਸ਼ਾਸਨ ਨੇ ਜੀ ਨਾਲ ਦੀ ਨਾਲ ਆਪਣੀ ਕਾਰਵਾਈ ਸ਼ੁਰੂ ਕਰਤੀ। ਕੋਈ ਕੁਛ ਕਹੀ ਜਾਵੇ ਜੀ, ਅਸੀਂ ਨਹੀਂ ਕਹਿੰਦੇ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ ਜੀ। ਪ੍ਰਸ਼ਾਸਨ ਨੇ ਉਸੇ ਦਿਨ ਨਾਲ ਦੀ ਨਾਲ SHO ਸਾਹਿਬ, ਨਾਲ ਦੀ ਨਾਲ DSP ਸਾਹਿਬ ਜਦੇ ਆਏ ਜੀ, ਇਮੀਡੀਏਟਲੀ ਉਹਨਾਂ ਨੇ ਸਾਰਾ ਕੁਝ ਜੋ ਵੀ ਕਰ ਸਕਦੇ ਸੀ, ਛਾਣਬੀਣ, ਕੈਮਰੇ ਸੀ ਜੀ, ਉਹ ਕੈਮਰੇ ਦੀ ਰਿਕਾਰਡਿੰਗ ਆਪਣੇ ਲੈ ਗਏ ਜੀ ਆਪ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਸੈਸ ਸ਼ੁਰੂ ਕਰਤਾ ਜੀ। ਤੇ ਉਸ ਤੋਂ ਬਾਅਦ ਜੀ SSP ਸਾਹਿਬ ਆਪ ਵੀ ਆਏ ਨੇ ਜੀ, DIG ਸਾਹਿਬ ਵੀ ਆਏ ਨੇ, IG ਸਾਹਿਬ ਆਏ ਨੇ, ਔਲਖ ਸਾਹਿਬ, ਉਹ ਵੀ ਛਾਣਬੀਣ ਜੋ ਵੀ ਆ ਪੁੱਛ ਪੜਤਾਲ ਕੀਤੀ ਹੈ ਜੀ ਉਹਨਾਂ ਨੇ। ਪ੍ਰਸ਼ਾਸਨ ਹੁਣ ਵੀ ਕਰ ਰਿਹਾ ਜੀ ਆਪਣੇ ਲੈਵਲ 'ਤੇ, ਪੂਰਾ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਜੀ। ਜਿੱਥੇ ਸੱਚਖੰਡ ਦੇ ਵਿੱਚ ਉਹ ਸਰੂਪ ਪਏ ਸੀ ਉੱਥੇ ਆਮ ਸੰਗਤ ਨਹੀਂ ਜਾਂਦੀ ਸੀ ਜੀ, ਤੇ ਆਮ ਸੰਗਤ ਨੂੰ ਉੱਥੇ ਪਤਾ ਵੀ ਨਹੀਂ ਸੀ ਵੀ ਇੱਥੇ ਸਰੂਪ ਪਏ ਆ। ਉਹ ਜਿਹੜੇ ਕੋਈ ਉੱਥੇ ਆਉਂਦੇ ਜਾਂਦੇ ਸੀ ਜਾਂ ਜਿਨ੍ਹਾਂ ਨੂੰ ਪਤਾ ਜੀ, ਉਹ ਮਾੜੀ ਘਟਨਾ ਕੀਤੀ ਤਾਂ ਉਹਨਾਂ 'ਚੋਂ ਹੀ ਹੈ ਜੀ ਕਿਸੇ ਨੇ। ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਜਦੋਂ ਸਾਨੂੰ ਪਤਾ ਹੀ ਨਹੀਂ ਜੀ ਅਸੀਂ ਕਿਸੇ ਦਾ ਨਾਮ ਕਿਵੇਂ ਲੈ ਦਈਏ, ਨਾ ਸਾਨੂੰ ਕਿਸੇ ਤੇ ਸ਼ੱਕ ਆ ਜੀ। ਅਸੀਂ ਇਸ ਚੀਜ਼ ਬਾਰੇ ਅਸੀਂ ਕਹਿ ਨਹੀਂ ਸਕਦੇ ਕੁਝ ਜੀ। ਉਧਰ ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਪ੍ਰਬੰਧਕੀ ਕਮੇਟੀ ਨੇ ਮਹਾਰਾਜ ਜੀ ਦੇ ਚੋਰੀ ਹੋਏ ਸਰੂਪ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਸਮੇਂ ਸਿਰ ਪੰਚਾਇਤ ਨੂੰ ਸੂਚਿਤ ਕੀਤਾ ਗਿਆ। ਸਾਡਾ ਧਰਨਾ ਸਾਡੇ ਗੁਰਦੁਆਰਾ ਹਰਦਾਸਪੁਰਾ ਕਲਿਆਣ ਚੋਂ ਛੋਟਾ ਸਰੂਪ ਚੋਰੀ ਹੋ ਗਿਆ ਜੀ। ਉਹਨੂੰ ਚੋਰੀ ਹੋਏ ਨੂੰ ਵੀ ਤਕਰੀਬਨ ਮਹੀਨਾ ਸਾਰਾ ਹੋ ਗਿਆ ਜੀ। ਕਮੇਟੀ ਨੇ ਉਹਦੇ ਬਾਰੇ ਕੋਈ ਉਹਦੀ ਨਾ ਪਿੰਡ ਨੂੰ ਦੱਸਿਆ ਨਾ ਕਿਸੇ ਹੋਰ ਨੂੰ ਦੱਸਿਆ। ਗੁਪਤ ਗੁਰਦੁਆਰੇ 'ਚ ਫਿਰਦੀ ਰਹੀ ਵੀ ਅਸੀਂ ਆਪ ਭਾਲ ਲਾਂਗੇ। ਪਿੰਡ ਵਾਲਿਆਂ ਨੂੰ ਪਤਾ ਲੱਗਿਆ, ਪੰਚਾਇਤ ਨੂੰ ਪਿੰਡ ਵਾਲਿਆਂ ਨੇ ਦਰਖਾਸਤ ਦਿੱਤੀ ਜਾ ਕੇ ਥਾਣੇ ਜੀ, ਇੱਕ ਦਿੱਤੀ ਅਕਾਲ ਤਖਤ 'ਤੇ, ਤਾਂ ਫਿਰ ਪ੍ਰਸ਼ਾਸਨ ਨੂੰ ਭੱਜਣਾ ਪਿਆ, ਪਾਇਆ ਜਾ ਗਿਆ। ਇਸ ਕਰਕੇ ਅਸੀਂ ਉਸ ਰੋਸ 'ਚ ਧਰਨਾ 'ਚ ਬੈਠੇ ਹਾਂ ਥੋੜ੍ਹੇ ਵੀ ਉਹ ਨਿਕਲਣਾ ਚਾਹੀਦਾ, ਕਿਸੇ ਹਾਲਤ ਤੱਕ ਉਹਨੂੰ ਬਰਾਮਦੀ ਹੋਣੀ ਚਾਹੀਦੀ ਉਹਦੇ 'ਚ। ਹੁਣ ਤਾਂ ਸਿਆਸੀ ਦਾ ਹੋਣੇ ਆ, ਉਹਨਾਂ ਦਾ ਆਪਣਾ ਲਾਹਾ ਲੈਣਾ ਜੀ ਵਿੱਚ ਆ ਕੇ ਇਕੱਠ 'ਚ ਜ਼ਰੂਰੀ ਚਾਹੀਦਾ ਉਹਨਾਂ ਦਾ। ਹਾਂਜੀ, ਹੁਣ ਇਹ ਤਾਂ ਅੱਜ ਇਹਨਾਂ ਨੇ ਅਖਬਾਰ ਦਿੱਤਾ ਵੀ ਬਾਦਲ ਹੋਣੇ ਵੀ ਧਰਨਾ ਲਾ ਰਹੇ ਨੇ ਪਟਿਆਲੇ, ਮਿਲਣਾ ਚਾਹੀਦਾ। ਚਲੋ ਅਸੀਂ ਤਾਂ ਕਹਿੰਦੇ ਮਿਲੇ ਚੰਗੀ ਗੱਲ ਹੈ ਜੀ, ਵਧੀਆ ਹੈ ਜ਼ਰੂਰ। ਉਸ ਨੂੰ ਜਾਂ ਤਾਂ ਬੰਦੇ ਉਰੇ ਤਾਂ ਕੋਈ ਵੈਸੇ ਉਹਦੀ ਆਪਾਂ ਕਹਿ ਸਕਦੇ ਹਾਂ ਕੋਈ ਰੱਖ ਵੀ ਨਹੀਂ ਸਕਦਾ ਬੰਦਾ ਉਹਨੂੰ, ਜਾਂ ਤਾਂ ਉਹ ਬਾਹਰ ਲੈ ਗਿਆ ਕੋਈ ਬੰਦਾ ਉਹਨੂੰ, ਜਾਂ ਫਿਰ ਆਪਣਾ ਕਿਤੇ ਘਰੇ ਲੁਕੋਈ ਬੈਠਾ ਜੇ ਕਿਤੇ ਕੋਈ ਬੰਦਾ ਲੈ ਗਿਆ। ਪਿੰਡ ਦੇ ਲੋਕਾਂ ਦੇ ਇਲਜ਼ਾਮਾਂ ਨੂੰ ਗਲਤ ਦੱਸਦੇ ਹੋਏ ਕਮੇਟੀ ਨੇ ਕਿਹਾ ਕਿ ਪਿੰਡ ਵਾਲੇ ਇਸ ਮਸਲੇ ਤੇ ਬੇਵਜ੍ਹਾ ਸਿਆਸਤ ਕਰ ਰਹੇ ਨੇ ਅਤੇ ਉਹ ਆਪਣੀਆਂ ਨਿੱਜੀ ਹਿੱਤ ਅੱਗੇ ਰੱਖ ਰਹੇ ਨੇ। ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ ਜੀ। ਕਮੇਟੀ ਨੂੰ ਬਦਨਾਮ ਕਰਨ ਵਾਲੀ ਸਾਜ਼ਿਸ਼, ਕਮੇਟੀ ਨੂੰ ਵੀ ਹੋ ਸਕਦਾ ਜੀ, ਸਰਕਾਰ ਦੇ ਅਗੇਂਸਟ ਵੀ ਹੋ ਸਕਦੀ ਹੈ ਜੀ, ਕੁਝ ਵੀ ਹੋ ਸਕਦਾ, ਸਾਜ਼ਿਸ਼ ਵੀ ਹੋ ਸਕਦੀ ਹੈ ਜੀ ਬਹੁਤ ਵੱਡੀ। ਹੈ ਤਾਂ ਦੇਖੋ ਜੀ, ਕਹਿੰਦੇ ਨੇ ਇੱਕ ਸਾਜ਼ਿਸ਼ ਦੇ ਤਹਿਤ ਆ ਜੀ ਐਡਾ ਵੱਡਾ, ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਪਾਵਨ ਸਰੂਪ ਚੋਰੀ ਕਰ ਲੈਣੇ ਕੋਈ ਆਮ ਬੰਦਾ ਤਾਂ ਕਰਦਾ ਨਹੀਂ ਜੀ। ਡਰ ਪਿਆ ਬਹੁਤ ਹੈ ਜੀ ਗੁਰੂ ਗ੍ਰੰਥ ਸਾਹਿਬ ਤੋਂ, ਹਰ ਇੱਕ ਬੰਦਾ, ਤੁਸੀਂ ਅਸੀਂ ਸਭ ਡਰਦੇ ਹਾਂ ਜੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਆਗੂ ਅਤੇ ਸਾਬਕਾ ਮੰਤਰੀ ਸਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੋ ਵੀ ਲੋਕ ਕਸੂਰਵਾਰ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਪੈਂਦੀ ਹੈ। ਉਹਨਾਂ ਮੰਨਿਆ ਕਿ ਸਰਕਾਰਾਂ ਦੀਆਂ ਦੇਰੀਆਂ ਅਤੇ ਲਾਪਰਵਾਹੀਆਂ ਕਈ ਵਾਰ ਵੱਡੇ ਕਾਂਡ ਨੂੰ ਜਨਮ ਦੇ ਦਿੰਦੀਆਂ ਨੇ। ਦੇਖੋ, ਇਹ ਤਾਂ ਗੁਰੂ ਮਹਾਰਾਜ ਨੂੰ ਪਤਾ, ਸੱਚੇ ਪਾਤਸ਼ਾਹ ਨੂੰ ਪਤਾ ਹੈ, ਤੇ ਬਹੁਤ ਮਾੜਾ ਕੰਮ ਹੋਇਆ। ਜਿੰਨਾ ਨਿੰਦੇ ਉਨੀ ਥੋੜ੍ਹੀ ਹੈ, ਤੇ ਜਿਹਨੇ ਵੀ ਕਿਸੇ ਨੇ ਕੀਤਾ, ਮੇਰਾ ਖਿਆਲ ਹੈ ਵੀ ਇਹ ਉਹ ਸਥਾਨ ਹੈ ਜਿੱਥੇ ਜੋ ਕੋਈ ਅਰਦਾਸ ਕਰਕੇ ਬਾਗਾ ਅਰਦਾਸ ਪੂਰੀ ਹੋਈ ਹੈ। ਸੋ ਬੰਦਾ ਬਚਣਾ ਨਹੀਂ, ਔਰ ਸਾਡੀ ਵੀ ਪੂਰੀ ਕੋਸ਼ਿਸ਼ ਹੈ, ਅਸੀਂ ਵੀ ਲੱਗੇ ਹੋਏ ਹਾਂ, ਤੇ ਸਾਰਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਇਹਨੂੰ ਕਿਸੇ ਨਾ ਕਿਸੇ ਹੱਥ ਨਿਸ਼ਾਨੇ 'ਤੇ ਲੈ ਕੇ ਜਾਵਾਂਗੇ। ਸੋ ਉਸੇ ਕਰਕੇ ਅਸੀਂ ਅੱਜ ਇੱਥੇ ਖੜ੍ਹੇ ਹਾਂ, ਰੋਜ਼ ਆਉਂਦੇ ਹਾਂ ਇੱਥੇ ਕਿ ਵੀ ਲਾਪਰਵਾਹੀ ਨਾ ਵਰਤੀ ਜਾਵੇ। ਇੱਥੇ ਆਪਾਂ ਪੂਰਾ ਜ਼ੋਰ ਲਾ ਕੇ ਜਿਹੜਾ ਪਿੱਛੇ ਹੋ ਗਿਆ ਉੱਥੇ ਆਪਾਂ ਹੁਣ ਅੱਗੇ ਵਾਸਤੇ ਪ੍ਰੀਤਨਾ ਪਾਉਣ ਦਈਏ। ਇਹ ਜਿਹੜੀ ਪ੍ਰਿਤ ਪੈ ਰਹੀ ਹੈ ਇਹ ਬਹੁਤ ਮਾੜੀ ਹੈ। ਗੁਰੂ ਸਾਹਿਬ ਤੋਂ ਵੱਡੀ ਗੱਲ ਸਰਕਾਰਾਂ ਸਰੂਰਾਂ ਸਾਡੇ ਲਈ ਸਭ ਛੋਟੀ ਗੱਲ ਹੈ। ਸਭ ਤੋਂ ਵੱਡੀ ਗੱਲ ਸਾਡੇ ਗੁਰੂ ਸਾਹਿਬ ਦੀ ਹੈ। ਅਸੀਂ ਸਾਥ ਛੱਡ ਦਈਏ, ਕਰੀਏ ਨਾ ਕਰੀਏ ਵੱਖਰੀ ਗੱਲ ਹੈ, ਪਰ ਅਸੀਂ ਗੁਰੂ ਨੂੰ ਜਬਤ ਪੜਤਾ, ਆਪਣਾ ਧਰਮ ਵੱਡੀ ਗੱਲ ਹੁੰਦੀ ਹੈ। ਸੋ ਇਹਦੇ ਲਈ ਅਸੀਂ ਕੁਝ ਵੀ ਕਰਨ ਨੂੰ ਤਿਆਰ ਹਾਂ। ਮਾੜੇ ਅਨਸਰ ਸਾਰੀ ਦੁਨੀਆ 'ਚ ਹੁੰਦੇ ਨੇ, ਹਰ ਜਗ੍ਹਾ ਦੇ ਉੱਤੇ ਹੁੰਦੇ ਨੇ। ਸੋ ਇਹ ਮਾੜੇ ਅਨਸਰ ਕਰ, ਚੰਗਾ ਬੰਦਾ ਕਦੇ ਕੋਈ ਇਹੋ ਜਿਹੀ ਗੱਲ ਕਰਨ ਬਾਰੇ ਸੋਚਦਾ ਵੀ ਹੈ ਨਹੀਂ। ਤੇ ਮਾੜੇ ਅਨਸਰ ਨੇ ਇਹਨਾਂ ਤੇ ਨੱਥ ਪਾਉਣ ਦੀ ਲੋੜ ਹੈ। ਪਤਾ ਲੱਗਿਆ ਕਿ ਹੁਣ ਸਿੱਟ ਬਣਾਈ ਹੈ ਕੋਈ ਇਹਨਾਂ ਨੇ, ਅੱਜ ਪਤਾ ਕਰਾਂਗੇ, ਸਿੱਟ ਪਤਾ ਕਰਾਂਗੇ, ਤੇ ਕੱਲ੍ਹ ਨੂੰ ਧਰਨਾ ਵੀ ਲਾ ਰਹੇ ਹਾਂ, SSP ਦਫ਼ਤਰ ਵੀ ਲਾਵਾਂਗੇ। ਇੱਦੋਂ ਵੱਡੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ। ਸਾਡੇ ਲਈ ਤਾਂ ਸਭ ਤੋਂ ਵੱਡੀ ਗੱਲ ਹੈ ਇੰਨਾ ਪੁਰਾਤਨ ਗੁਰੂ ਸਾਹਿਬ ਦਾ ਸਰੂਪ, ਤੇ ਇੱਦੋਂ ਮਾੜੀ ਗੱਲ ਤਾਂ ਪਰ ਜਿੰਨੀ ਨਿੰਦੀ ਉਨੀ ਥੋੜ੍ਹੀ ਹੈ। ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਨਾਜ਼ੁਕ ਮਸਲੇ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਵਿਰੋਧੀ ਉੱਥੇ ਹੀ ਪਹੁੰਚਦੇ ਹੁੰਦੇ ਨੇ ਜਿੱਥੇ ਸਰਕਾਰਾਂ ਦੀ ਨਾਕਾਮੀ ਸਾਬਿਤ ਹੋਏ। ਪਿੰਡ ਕਲਿਆਣ, ਬਰਗਾੜੀ ਜਾਂ ਬੈਬਲ ਕਲਾਂ ਨਾ ਬਣੇ, ਇਸ ਲਈ ਸਰਕਾਰ ਨੂੰ ਗੰਭੀਰਤਾ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ ਅਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਹਜੇ ਮੈਂ ਕੋਈ ਗੱਲ ਨਹੀਂ ਕਹਾਂਗਾ ਕਿਉਂਕਿ ਇਹ ਬੜਾ ਸੰਵੇਦਨਸ਼ੀਲ ਮਸਲਾ ਹੈ। ਸਾਡੀ ਜਿਹੜੀ ਟਿੱਪਣੀਆਂ ਨੇ ਉਹ ਕਈ ਵਾਰੀ ਮਾਹੌਲ ਨੂੰ
ਠੀਕ ਕਰਨ ਦੀ ਬਜਾਏ ਕਈ ਵਾਰ ਖਰਾਬ ਕਰ ਦਿੰਦੀਆਂ ਨੇ। ਸੋ ਅੱਜ ਵੀ ਮੈਂ ਆਸ ਕਰਦਾ ਕਿ ਜਿਹੜਾ ਹੈ ਗੁਰੂ ਸਾਹਿਬ ਦੇ ਸਰੂਪ ਦੁਆਰੇ ਆਪਣੇ ਸਥਾਨ ਤੇ ਆਉਣਗੇ, ਪੁਲਿਸ ਦੋਸ਼ੀਆਂ ਨੂੰ ਫੜੇਗੀ। ਲੋਕਾਂ ਨੇ 17 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੈ ਵੀ ਜੇ ਨਹੀਂ ਫੜੇ ਜਾਂਦੇ ਦੋਸ਼ੀ, ਸਰੂਪ ਨਹੀਂ ਆਉਂਦੇ, ਤਾਂ ਫਿਰ ਅਸੀਂ ਅੱਗੇ ਦਾ ਫੈਸਲਾ ਲਵਾਂਗੇ। ਸੋ ਉਹਨਾਂ ਚਿਰ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਵੀ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਢਿੱਲ ਰਹੀ ਹੈ ਵੀ 28 ਤਰੀਕ ਨੂੰ ਅਰਜ਼ੀ ਦੇ ਕੇ ਆਇਆ ਕਮੇਟੀ ਤੇ 2 ਤਰੀਕ ਤੱਕ ਕੋਈ ਕਾਰਵਾਈ ਨਹੀਂ ਹੋਈ, ਪੁਲਿਸ ਹੀ ਨਹੀਂ ਆਈ ਇੱਥੇ, ਪਤਾ ਹੀ ਨਹੀਂ ਕਰਨ ਆਈ ਵੀ ਗੁਰੂ ਸਾਹਿਬ ਦੇ ਸਰੂਪ ਹੋ ਗਏ। ਤਾਂ ਐਡਾ ਵੱਡਾ ਮਸਲਾ, ਨਾਲੇ ਤੁਸੀਂ ਤਾਂ ਦੇਖ ਚੁੱਕੇ ਹੋ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਸਰਕਾਰ ਨੂੰ ਇਹਦੇ ਬਾਰੇ ਸਮਾਂ ਐਸੇ ਮਸਲਿਆਂ ਲਈ ਤਾਂ ਸਪੈਸ਼ਲ ਮੁਸ਼ਤੈਦ ਰਹਿਣਾ ਚਾਹੀਦਾ ਵੀ ਇਹ ਘਟਨਾ ਨਾ ਘਟਣ। ਸਾਰੇ ਗੁਰਦੁਆਰਾ ਕਮੇਟੀਆਂ ਦੇ ਵਿੱਚ ਹਰ ਜਗ੍ਹਾ ਤੇ ਸ਼੍ਰੋਮਣੀ ਕਮੇਟੀ ਨੂੰ ਜਾਂ ਸਰਕਾਰ ਨੂੰ ਐਸੀਆਂ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਨੇ ਵੀ ਜਿਹਦੇ ਨਾਲ ਜਿਹੜੇ ਗੁਰੂ ਸਾਹਿਬ ਦੇ ਸਰੂਪ ਸੁਰੱਖਿਅਤ ਰਹਿ ਸਕਣ। ਦੋਨੇ ਚੀਜ਼ਾਂ ਨੇ, ਸਰਕਾਰ ਨੂੰ ਦਿਖਾਈ ਨਹੀਂ ਦਿੱਤਾ ਜਾਂ ਜਾਣ ਕੇ ਅੱਖਾਂ ਮੀਚ ਲੀਆਂ, ਤੇ ਪੁਲਿਸ ਦੀ ਵੀ ਨਲਾਇਕੀ, ਉਹਨਾਂ ਨੇ ਇਹਨੂੰ ਗੰਭੀਰਤਾ ਨਾਲ ਨਹੀਂ ਲਿਆ। ਤੇ ਇਹੀ ਚੀਜ਼ਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਸਰਕਾਰ ਕੀ ਇਹਦਾ ਕੀ ਸਿੱਟਾ ਨਿਕਲੂਗਾ। ਮਹਿਸੂਸ ਕਰਦੇ ਕਿ ਜਦੋਂ ਥੋੜਾ ਆਪੋਜੀਸ਼ਨ ਪਾਰਟੀਆਂ ਦੀ ਇਨਵੋਲਵਮੈਂਟ ਹੋਈ ਹੈ ਤੇ ਸਰਕਾਰ ਵੀ ਜਾਗੀ, ਪੁਲਿਸ ਵੀ ਜਾਗੀ। ਬਿਲਕੁਲ, ਸਾਡਾ ਆਪੋਜੀਸ਼ਨ ਦਾ ਕੰਮ ਹੀ ਇਹ ਹੈ ਵੀ ਅਸੀਂ ਜਿਹੜਾ ਹੈ ਸਰਕਾਰ ਦੇ, ਜੇ ਅਸੀਂ ਨੁਕਤਾਚੀਨੀ ਕਰਾਂਗੇ ਫੇਰ ਹੀ ਸਰਕਾਰ ਮੁਸ਼ਤੈਦ ਹੋਏਗੀ, ਸ਼ਾਇਦ ਕੋਈ ਕਾਰਵਾਈ ਕਰੇ। ਪਰ ਮੈਨੂੰ ਲੱਗਦਾ ਜੇ ਮੌਜੂਦਾ ਸਰਕਾਰ ਹੈ ਇਹ ਤਾਂ ਜੋ ਮਰਜ਼ੀ ਕਰੀ ਜਾਈਏ, ਇਹਨਾਂ ਨੂੰ ਤਾਂ ਇਹ ਤਾਂ ਕੁੰਭ ਕਰਨੀ ਨੀਂਦ ਸੁੱਤੇ ਪਏ ਨੇ, ਜਿੰਨੇ ਮਰਜ਼ੀ ਢੋਲ ਵਜਾ ਲਓ ਇਹ ਨਹੀਂ ਜਾਗਦੇ। ਇਲਾਕੇ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਤਾਂ ਸਿਆਸਤ ਕਰ ਰਹੇ ਨੇ, ਪਰ ਉਹਨਾਂ ਦੀ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਕਸੂਰਵਾਰ ਹੈ ਉਸ ਨੂੰ ਜਲਦ ਫੜਿਆ ਜਾਏਗਾ। ਉਹਨਾਂ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ ਮਸਲੇ ਤੇ ਸਹੀ ਦਿਸ਼ਾ ਨਾਲ ਕੰਮ ਕਰ ਰਹੇ ਨੇ। ਦੇਖੋ, ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਮਹਾਰਾਜ ਸਾਹਿਬ ਦੇ ਪਵਿੱਤਰ ਜਿਹੜੇ ਸਰੂਪ ਨੇ, ਜਿਹੜੇ ਬਹੁਤ ਹੀ ਇਤਿਹਾਸਕ ਔਰ ਮੈਂ ਸਮਝਦਾ ਬਹੁਤ ਅਨਮੋਲ ਨੇ। ਸਾਡੇ ਇਲਾਕੇ 'ਚ ਇਹੋ ਜਿਹੀ ਘਟਨਾ ਵਾਪਰਨੀ ਸਾਰੇ ਇਲਾਕੇ ਦੇ ਵਿੱਚ ਹੀ ਬਹੁਤ ਅਫਸੋਸਨਾਕ ਮਾਹੌਲ ਬਣਿਆ ਹੋਇਆ ਹੈ। ਤੇ ਬਿਲਕੁਲ ਪ੍ਰਸ਼ਾਸਨ, ਬਿਲਕੁਲ ਜਿਹੜੀ ਪੰਜਾਬ ਸਰਕਾਰ ਹੈ, ਪ੍ਰਸ਼ਾਸਨ ਹੈ, ਉਹਦੇ ਧਿਆਨ 'ਚ ਹੈ ਸਾਰਾ ਮਸਲਾ, ਕੋਈ ਸ਼ੱਕ ਨਹੀਂ। ਸਾਰੇ ਲੱਗੇ ਹੋਏ ਹੈ। ਧਾਰਮਿਕ ਮਸਲਾ, ਇਹਨੂੰ ਆਪਾਂ ਜ਼ਿਆਦਾ ਤੂਲ ਵੀ ਨਹੀਂ ਦੇ ਸਕਦੇ। ਬੜੇ ਸਾਵਧਾਨੀ ਦੇ ਨਾਲ, ਬੜੇ ਤਰੀਕੇ ਦੇ ਨਾਲ ਇਹ ਹੈਂਡਲ ਕਰਨਾ ਹੁੰਦਾ ਤੇ ਗਵਰਨਮੈਂਟ ਪ੍ਰਸ਼ਾਸਨ ਬਿਲਕੁਲ ਤਹਿ ਤੱਕ ਜਾਊਗਾ। ਦੇਖੋ, ਵੱਡੀ ਜ਼ਿੰਮੇਵਾਰੀ ਕਮੇਟੀ ਦੀ ਆ ਜਾਂਦੀ ਹੈ ਜੀ। ਹੁਣ ਜਿਸ ਤਰ੍ਹਾਂ ਮੈਂ ਬੈਠਾ ਗੱਲਬਾਤ ਕੀਤੀ ਹੈਗੀ, ਉਹਨਾਂ ਨੇ ਦੱਸਿਆ ਵੀ ਸਾਡੇ 2 ਮਹੀਨੇ ਤੋਂ ਤਾਂ ਧਿਆਨ 'ਚ ਹੀ ਨਹੀਂਗਾ ਵੀ ਸਰੂਪ ਕਿੱਥੇ ਨੇ। 20 ਜੁਲਾਈ ਨੂੰ ਬਾਬਾ ਲਖਵੀਰ ਸਿੰਘ ਜੀ ਇੱਥੇ ਆਏ ਹੈ। ਉਹਨਾਂ ਨੇ ਜਦੋਂ ਪੁੱਛਗਿੱਛ ਕੀਤੀ ਹੈ, ਉਹਨਾਂ ਨੇ ਜਦੋਂ ਪਤਾ ਕੀਤਾ ਤਾਂ ਇੱਥੇ ਸਰੂਪ ਹੈ ਨਹੀਂ ਸੀਗੇ। ਉਸ ਤੋਂ ਬਾਅਦ ਕਮੇਟੀ ਨੇ ਸੋਚਿਆ ਵੀ ਆਪਾਂ ਰੌਲਾ ਨਾ ਪਾਈਏ, ਆਪਾਂ ਭਾਲ ਕਰ ਲਈਏ। ਹੋ ਸਕਦਾ ਕਿਉਂਕਿ ਸਰੂਪ ਦਾ ਜਿਹੜਾ ਸਾਈਜ਼ ਹੈ ਬੜਾ ਛੋਟਾ ਹੈ। ਇਹਨਾਂ ਨੇ ਦੇਖਿਆ, ਫਿਰ ਉਸ ਤੋਂ ਬਾਅਦ 'ਚ ਇਹ ਧਿਆਨ 'ਚ ਆਇਆ। 2 ਮਹੀਨੇ ਕਮੇਟੀ ਨੇ ਕਿਤੇ ਲੀਕ ਨਹੀਂ ਕੀਤੀ ਇਹ ਗੱਲ। ਕਿਸ ਤਰ੍ਹਾਂ ਦੀ ਜਾਣਕਾਰੀ ਕੋਈ ਬਣਾਤੀ ਉਹਨਾਂ ਨੇ ਐਸਆਈਟੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਤੀ ਹੈ ਕਿ ਪੜਤਾਲ ਕੀਤੀ ਜਾਵੇ। ਦੇਖੋ, ਸਾਰਾ ਸੀਸੀਟੀਵੀ 16 ਲੱਗੇ ਹੋਏ ਨੇ ਇੱਥੇ। ਬੜੀ ਅਫਸੋਸ ਵਾਲੀ ਗੱਲ ਹੈ ਵੀ ਅੱਜ ਤੱਕ ਕੋਈ ਸਾਹਮਣੇ ਅਜੇ ਸਾਡੇ ਆਈ ਨਹੀਂ। ਉਹ ਜਿਹੜਾ ਸਾਰਾ ਸਿਸਟਮ ਲੈ ਗਏ ਹੈਗੇ ਆ, ਉਹਨੂੰ ਸਾਰੇ ਨੂੰ ਉਹਦੇ ਤਹਿ ਤੱਕ ਜਾ ਕੇ ਉਹਦੀ ਰਿਕਾਰਡਿੰਗ ਪਿੱਛੇ ਤੋਂ ਜਾ ਕੇ ਉਹ ਸਾਰੀ ਚੈੱਕ ਕਰਨਗੇ। ਔਰ ਬਿਲਕੁਲ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਆ ਜਾਊਗਾ। ਕੋਈ ਚੀਜ਼ ਅਸੀਂ ਰਹਿਣ ਨਹੀਂ ਦਿੰਦੇ। ਪਿੰਡ ਵਾਸੀਆਂ ਨੇ ਦੱਸਿਆ ਕਿ ਚੋਰੀ ਹੋਇਆ ਸਰੂਪ 100 ਸਾਲ ਤੋਂ ਵੀ ਪੁਰਾਣਾ ਹੈ ਅਤੇ ਇਸ ਸਮੇਂ ਦੇਸ਼ ਅੰਦਰ ਅਜਿਹੇ ਸਿਰਫ 4 ਹੀ ਸਰੂਪ ਹਨ ਅਤੇ ਮੰਨਿਆ ਜਾ ਰਿਹਾ ਹੈ ਜਦ ਅੰਗਰੇਜ਼ਾਂ ਵੱਲੋਂ ਸਿੱਖਾਂ ਨੇ ਜਰਮਨੀ ਦੇ ਖਿਲਾਫ ਲੜਾਈ ਲੜੀ ਸੀ ਤਾਂ ਉਸ ਸਮੇਂ ਬਹੁਤ ਹੀ ਛੋਟੇ ਆਕਾਰ ਦੇ ਸਰੂਪ ਤਿਆਰ ਕਰਵਾਏ ਗਏ ਸਨ, ਜਿਨ੍ਹਾਂ ਨੂੰ ਲੇਜ਼ਰ ਨਾਲ ਪੜ੍ਹਿਆ ਜਾ ਸਕਦਾ ਹੈ ਅਤੇ ਸਿੱਖ ਫੌਜੀ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਨੂੰ ਹੀ ਨਤਮਸਤਕ ਹੋ ਕੇ ਜਾਂਦੇ ਸਨ। 2015 ਦੇ ਵਿੱਚ ਜਿਹੜਾ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਮਹਾਰਾਜ ਦਾ ਸਰੂਪ ਚੋਰੀ ਹੋਇਆ ਸੀ, ਉਸ ਤੋਂ ਬਾਅਦ ਅੰਗ ਖਿਲਾਰੇ ਗਏ, ਅੰਗ ਪਾੜੇ ਗਏ ਨੇ। ਕਈ ਕਮਿਸ਼ਨ ਬਣ ਚੁੱਕੇ ਨੇ, ਕਈ ਕਮੇਟੀਆਂ ਬਣ ਚੁੱਕੀਆਂ, ਕਈ ਇਨਵੈਸਟੀਗੇਸ਼ਨ ਟੀਮ ਬਣ ਚੁੱਕੀਆਂ, ਲੇਕਿਨ ਅਜੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਫਿਰ ਕਹਿ ਸਕਦੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਕਿ ਜਿਸ ਤਰ੍ਹਾਂ ਉਸ ਸਮੇਂ ਦੀ ਸਰਕਾਰ ਨੇ ਮੌਕੇ ਰਹਿੰਦਿਆਂ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਕਾਰਵਾਈ ਨਹੀਂ ਕੀਤੀ ਸੀ, ਇਸੇ ਤਰ੍ਹਾਂ ਹੁਣ ਇਸ ਗੁਰਦੁਆਰੇ ਵਿੱਚ ਜਿਹੜਾ ਮਹਾਰਾਜ ਦਾ ਸਰੂਪ ਚੋਰੀ ਆ, ਕਰੀਬ 2 ਹਫ਼ਤੇ ਹੋ ਚੁੱਕੇ ਨੇ, ਲੇਕਿਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਪਟਿਆਲੇ ਜ਼ਿਲ੍ਹੇ ਦਾ ਪਿੰਡ ਕਲਿਆਣਪੁਰ ਹੈ ਜਿੱਥੇ ਇਹ ਸਰੂਪ ਚੋਰੀ ਹੋਇਆ। ਸਿਆਸਤ ਵੀ ਜੁੜ ਚੁੱਕੀ ਹੈਗੀ ਆ, ਇਨਵੈਸਟੀਗੇਸ਼ਨ ਟੀਮ ਵੀ ਬਣ ਜਾਣਗੀਆਂ, ਲੇਕਿਨ ਮਸਲਾ ਕਿ ਪੰਜਾਬ ਦੀ ਧਰਤੀ, ਗੁਰੂਆਂ ਦੀ ਧਰਤੀ ਤੋਂ ਇਹ ਵਾਰ-ਵਾਰ ਜਿਹੜੀਆਂ ਬਹੁਤ ਹੀ ਬੇਹੱਦ ਨਿੰਦਣਯੋਗ ਘਟਨਾਵਾਂ ਵਾਪਰੀਆਂ ਜਾਂ ਜਿਨ੍ਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਉਹ ਵਾਰ-ਵਾਰ ਕਿਉਂ ਹੋ ਰਹੀਆਂ? ਸ਼ਾਇਦ ਕਾਰਨ ਇਹ ਹੈ ਕਿ ਹਜੇ ਤੱਕ ਅਸੀਂ ਕਿਸੇ ਨੂੰ
ਸਜ਼ਾ ਨਹੀਂ ਦੇ ਸਕੇ, ਸਖਤ ਸਜ਼ਾ ਨਹੀਂ ਦੇ ਸਕੇ। ਨਾ ਬਰਗਾੜੀ ਦਾ ਮਸਲਾ ਹੱਲ ਹੋਇਆ, ਨਾ ਬਾਬਲ ਕਲਾਂ ਦਾ ਹੱਲ ਹੋਇਆ, ਨਾ ਜਿਹੜੇ ਦੋਸ਼ੀ ਉਹ ਹੁਣ ਤੱਕ ਫੜੇ ਗਏ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਨਹੀਂ ਮਿਲੀਆਂ। ਤੇ ਸ਼ਾਇਦ ਇਸੇ ਕਰਕੇ ਵਾਰ-ਵਾਰ ਜਿਹੜੀਆਂ ਪੰਜਾਬ ਦੀ ਗੁਰੂਆਂ ਦੀ ਧਰਤੀ ਤੋਂ ਇਹ ਘਟਨਾਵਾਂ ਵਾਪਰੀਆਂ। ਤੇ ਹੁਣ ਪਿੰਡ ਜਿਹੜਾ ਕਲਿਆਣ ਆ, ਪਟਿਆਲੇ ਜ਼ਿਲ੍ਹੇ ਦਾ ਪਿੰਡ, ਉਹ ਦੁਬਾਰਾ ਬਾਬਲ ਕਲਾਂ ਨਾ ਬਣੇ, ਦੁਬਾਰਾ ਬਰਗਾੜੀ ਨਾ ਬਣੇ, ਦੁਬਾਰਾ ਬੁਰਜ ਜਵਾਰ ਸਿੰਘ ਨਾ ਬਣੇ। ਉਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਮਾਨਦਾਰੀ ਦੇ ਨਾਲ ਕਾਰਵਾਈ ਕਰਨ ਦੀ ਲੋੜ ਆ। ਅਗਰ ਕਾਰਵਾਈ ਨਾ ਹੋਈ ਤੇ ਫਿਰ ਬਹੁਤ ਵੱਡਾ ਦੁਖਾਂਤ ਵੀ ਵਾਪਰ ਸਕਦਾ, ਕਿਉਂਕਿ ਪੰਜਾਬ ਦੀ ਜਨਤਾ ਨੇ ਉਹ ਸੰਤਾਪ ਭੋਗਿਆ ਹੈਗਾ ਬੁਰਜ ਜਵਾਰ ਸਿੰਘ ਵਾਲਾ, ਬਾਬਲ ਕਲਾਂ ਵਾਲਾ, ਬਰਗਾੜੀ ਕਾਂਡ ਵਾਲਾ। ਤੇ ਸਮੇਂ ਰਹਿੰਦੇ ਅਗਰ ਸਰਕਾਰ ਕਾਰਵਾਈ ਕਰਦੀ ਤੇ ਲਾਜ਼ਮੀ ਤੌਰ ਤੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੋਂ ਬਚ ਸਕਦੀ ਆ। ਕੈਮਰਾਮੈਨ ਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼, ਪਟਿਆਲਾ।